जो ਅੱਜ ਦੀ ਵੀਡੀਓ ਹੈ ਉਸ ਵੀਡੀਓ 'ਚ ਤੁਹਾਨੂੰ ਮੈਂ ਐਕਸਪਲੇਨ ਕਰਨ ਜਾ ਰਹੀ ਹਾਂ ਕਿ ਤੁਸੀਂ ਜੋ ਟਾਈਪ 1 ਵਾਲੇ ਐਸੇ ਹੁੰਦੇ हैं जिस 'ਚ ਐਗਰੀ ਜਾਂ ਡਿਸਐਗਰੀ ਵਰਡ ਆਉਂਦਾ ਹੈ ਤੁਸੀਂ ਉਸ ਐਸੇ ਨੂੰ ਪੇਪਰ 'ਚ ਕਿਵੇਂ ਅਟੈਂਪਟ ਕਰ ਸਕਦੇ ਹੋ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਵੀ ਐਸੇ ਹੁੰਦੇ ਹਨ ਇਹ ਟਾਸਕ 2 ਹੁੰਦਾ ਹੈ, ਇਸ ਤੇ ਬੈਂਡਸ ਵੱਧ ਹੁੰਦੇ ਨੇ। ਸੋ ਜੋ ਅੱਜ ਮੈਂ ਟਾਈਪ ਨੂੰ ਡਿਸਕਸ ਕਰਨ ਜਾ ਰਹੀ ਹਾਂ ਹੈਗਾ ਐਸੀ ਟਾਈਪ 1। ਟਾਈਪ 1 'ਚ ਕਿਹੜੇ ਤਰ੍ਹਾਂ ਦੇ ਐਸੇਸ ਆਪਾਂ ਡਿਸਕਸ ਕਰਾਂਗੇ, ਜਿਵੇਂ ਐਗਰੀ ਜਾਂ ਡਿਸਐਗਰੀ ਵਰਡ ਜਿਸ ਯੂਜ਼ ਹੋ ਜਾਵੇ, ਜਿਵੇਂ ਡੂ ਯੂ ਐਗਰੀ, ਡੂ ਯੂ ਡਿਸਐਗਰੀ। ਇਹ ਵਾਲੇ ਜਿਸ ਵਰਡ ਆਣਗੇ ਉਹ ਵਾਲੇ ਐਸੇ ਬਾਰੇ ਡਿਸਕਸ ਕਰਨ ਜਾ ਰਹੇ ਹਾਂ। ਜਿਵੇਂ ਕਿ ਹੁਣ ਸਭ ਦੀ ਜੋ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਰਾਈਟਿੰਗ ਟਾਸਕ ਜਿਹੜਾ ਹੁੰਦਾ ਉਸ ਦੋ ਤਰ੍ਹਾਂ ਦੇ ਟਾਸਕ ਹੁੰਦੇ, ਟਾਸਕ 1 ਐਂਡ ਟਾਸਕ 2। ਟਾਸਕ 1 ਹੁੰਦਾ ਰਿਗਾਰਡਿੰਗ, ਅਗਰ ਜਨਰਲ ਦਾ ਦੇਖੀਏ ਉਸ 'ਚ ਲੈਟਰ ਹੁੰਦੀ ਹੈ, ਅਗਰ ਐਕੈਡੈਮਿਕ ਦਾ ਦੇਖੀਏ ਉਹਦੇ ਵਿੱਚ ਇੱਕ ਟਾਸਕ 1 ਦਾ ਨਾਰਮਲੀ ਕੈਸੇ ਹੁੰਦਾ ਹੈ ਜੋ ਜਿਸ ਗ੍ਰਾਫ ਵਗੈਰਾ ਐਕਸਪਲੇਨ ਕਰਨੇ ਹੁੰਦੇ ਆ, ਦੋਨਾਂ ਦਾ ਥੋੜਾ ਡਿਫਰੈਂਟ ਹੁੰਦਾ ਹੈ। ਬਟ ਜੋ ਸੈਕਿੰਡ ਟਾਸਕ 2 ਹੁੰਦਾ ਰਾਈਟਿੰਗ ਦਾ ਉਹ ਜ਼ਿਆਦਾ ਬੈਂਡਸ ਵਾਲਾ ਹੁੰਦਾ, ਉਹ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਤੇ ਇਸ ਕਰਕੇ ਬੱਚੇ ਦੇ ਜੇ ਬੈਂਡਸ 0.5 ਜਾਂ 5। ਸੋ ਜੋ ਰਾਈਟਿੰਗ ਟਾਸਕ 2 ਹੈ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਬੈਂਡਸ ਚਾਹੀਦੇ ਹੁੰਦੇ, ਕਈ ਵਾਰੀ ਜੇ ਬੈਂਡਸ ਘੱਟ ਰਹੇ ਹੁੰਦੇ ਇਹਦੇ ਵਿੱਚ ਵੀ ਘੱਟ ਰਹੇ ਹੁੰਦੇ ਆ, ਇਹਦੀ ਵੇਟੇਜ ਜ਼ਿਆਦਾ ਹੋਣ ਕਰਕੇ। ਤਾਂ ਕਿੱਦਾਂ ਉਹ 0.5 ਦਾ ਗੈਪ ਵੀ ਕਵਰ ਕਰਨਾ, ਜੇ ਤੁਸੀਂ ਤੁਹਾਡੇ ਮੰਨ ਲਓ 6 ਬੈਂਡਸ ਰਿਕੁਆਇਰਮੈਂਟ ਹੈ ਤਾਂ 5.5 ਰਹਿ ਜਾਂਦੇ ਕੀ ਪਰਸਨ ਸੇ। ਕਈਆਂ ਦੇ 8 ਬੈਂਡ ਜਾਂ 7 ਬੈਂਡ ਦਾ ਟਾਰਗੇਟ ਹੁੰਦਾ ਪਰ ਉਹ ਕੰਪਲੀਟ ਨਹੀਂ ਹੋ ਪਾਉਂਦਾ, ਉਹਨਾਂ ਲਈ ਇਹ ਵੀਡੀਓ ਹੈ ਤਾਂ ਕਿ ਤੁਸੀਂ ਫਾਰਮੈਟ ਚੈੱਕ ਕਰ ਲਓ ਕਿ ਇਸ ਫਾਰਮੈਟ ਸਭ ਕੁਝ ਕਵਰ ਹੋ ਚੁੱਕਾ। ਗੁੱਡ ਵੋਕੈਬਲਰੀ, ਗੁੱਡ ਕਨੈਕਟਰਸ, ਗੁੱਡ ਕੰਪਲੈਕਸ ਸੈਂਟੈਂਸਸ ਤੇ ਮੇਜਰਲੀ ਸਾਰਾ ਪ੍ਰੋਪਰ ਕਿਵੇਂ ਲਿਖਣਾ ਹੁੰਦਾ ਸਟਰਕਚਰ ਉਹ ਵੀ ਕਵਰ ਹੋ ਜਾਏਗੀ। ਤੁਸੀਂ ਫਾਰਮੈਟ ਕਾਪੀ ਕਰ ਲਓ, ਲਿਖ ਲਓ, ਨੋਟ ਡਾਊਨ ਕਰ ਲਓ, ਫਿਰ ਤੁਸੀਂ ਉਸ ਤੋਂ ਬਾਅਦ ਆਪਣੀ ਆਈਡੀਆਜ਼ ਇਸ ਫਾਰਮੈਟ 'ਚ ਪਾਣੇ ਹੈ ਸਿਰਫ, ਤੇ ਤੁਹਾਡਾ ਐਸੇ ਪੂਰਾ ਕੰਪਲੀਟ ਹੋ ਜਾਣਾ ਹੈ। ਔਰ ਇਹ ਵੀਡੀਓ ਜਿਹਨੇ ਦੇਖੀ ਉਹਦਾ ਐਸੇ 'ਚੋਂ ਅੱਛੇ ਬੈਂਡਸ ਲੈਣ ਦੇ ਬਹੁਤ ਚਾਂਸਸ ਨੇ। ਸੋ ਮੈਂ ਐਕਸਪਲੇਨ ਕਰਨ ਜਾ ਰਹੀ, ਸਟਾਰਟ ਕਰਨ ਜਾ ਰਹੀ ਫਾਰਮੈਟ ਬਾਰੇ, ਐਗਰੀ ਡਿਸਐਗਰੀ ਵਾਲੇ ਕੁਐਸਚਨਸ ਦੇ। तो जो ऐसे फॉर्मेट बेसिकली मैं डिस्कस करने जा रही हूँ और टाइप 1 वाले एसेस का है, जिमें कि ऐसे होंगे हैं डू यू एग्री या जिथे वर्ड लिखा हुआ डू यू डिसएग्री या लिखा हुआ टू व्हाट एक्सटेंट डू यू एग्री। इदां दे ਜਿਹੜੇ ਐਸੇਸ ਹੁੰਦੇ ਉਹਨਾਂ ਬਾਰੇ ਐਕਸਪਲੇਨ ਕਰਨ ਜਾ ਰਹੇ ਹਾਂ। ਹੁਣ ਜੇ ਐਗਰੀ ਬਾਰੇ ਪੁੱਛ ਰਹੇ ਤਾਂ ਵੀ ਤੁਸੀਂ ਐਗਰੀ ਬਾਰੇ ਵੀ ਐਕਸਪਲੇਨ ਕਰੋਗੇ ਤੇ ਡਿਸਐਗਰੀ ਬਾਰੇ ਵੀ ਐਕਸਪਲੇਨ ਕਰੋਗੇ, ਕਿਉਂਕਿ ਆਪਾਂ ਪ੍ਰੋਪਰਲੀ ਕਿਸੇ ਵੀ ਚੀਜ਼ ਨਾਲ ਐਗਰੀ ਕਦੇ ਵੀ ਨਹੀਂ ਕਰਦੇ ਹੁੰਦੇ, ਤਾਂ ਤੁਸੀਂ ਥੋੜਾ ਜਿਹਾ ਆਈਡੀਆ ਆਪਣਾ ਡਿਸਐਗਰੀ ਦਾ ਵੀ ਦੇਣਾ ਵਿੱਚ ਤੇ ਥੋੜਾ ਜਿਹਾ ਐਗਰੀ ਦਾ ਵੀ ਦੇਣਾ ਹੈ। ਸੋ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਜ਼ਿਆਦਾ ਮੇਜਰਲੀ ਐਗਰੀ ਕਰ ਪਾ ਰਹੇ ਹੋ ਕਿ ਡਿਸਐਗਰੀ। ਜੋ ਤੁਸੀਂ ਜ਼ਿਆਦਾ ਮੇਜਰਲੀ ਕਰੋਗੇ ਉਸ ਤੇ ਪੁਆਇੰਟਸ ਜ਼ਿਆਦਾ ਬਣਾ ਦਿਓ, ਜਿਵੇਂ ਤੁਸੀਂ ਐਗਰੀ ਕਰ ਰਹੇ ਹੋ ਤਾਂ ਐਗਰੀ ਦੇ ਪੁਆਇੰਟ ਜ਼ਿਆਦਾ ਲਿਖ ਦਿਓ ਔਰ ਡਿਸਐਗਰੀ ਦੇ ਪੁਆਇੰਟਸ ਘੱਟ ਲਿਖ ਦਿਓ। ਇਦਾਂ ਹੀ ਜੇ ਟੂ ਵਾਟ ਐਕਸਟੈਂਟ ਆ ਗਿਆ ਤਾਂ ਤੁਸੀਂ ਅਗਰ ਮੰਨ ਲਓ ਕਿ ਤੁਸੀਂ ਚਾਹੁੰਦੇ ਹੋ ਕਿ ਐਗਰੀ ਹੀ ਜ਼ਿਆਦਾ ਹੋਵੇ ਤਾਂ ਤੁਸੀਂ 1 ਪੁਆਇੰਟ ਜਾਂ 2 ਪੁਆਇੰਟ ਡਿਸਐਗਰੀ ਤੇ ਲਿਖ ਦਿਓ, ਬਟ ਲਿਖਣੇ ਜ਼ਰੂਰੀ ਨਹੀਂ, ਦੋਨੋਂ ਹੀ ਮੈਂਸ਼ਨ ਕਰਨੇ ਜ਼ਰੂਰੀ ਨੇ। ਇਵੇਂ ਅੱਗੇ ਤੁਹਾਨੂੰ ਐਕਸਪਲੇਨ ਕਰਦੀ ਹਾਂ। ਜਿਵੇਂ ਜੋ ਫਰਸਟ ਪਾਰਟ ਹੁੰਦਾ ਆਪਣੇ ਐਸੇ ਦਾ ਹੁੰਦਾ ਇੰਟਰੋਡਕਸ਼ਨ। ਇੰਟਰੋਡਕਸ਼ਨ ਐਕਸਪਲੇਨ ਕਰਨ ਤੋਂ ਪਹਿਲਾਂ ਤੁਸੀਂ ਜ਼ਰੂਰ ਇੱਕ ਵੀਡੀਓ ਮੇਰੀ ਵਾਚ ਕਰਨਾ, ਉੱਥੇ ਪਾਰਟ 1 ਲਿਖਿਆ ਹੋਇਆ ਹੈ ਇੰਟਰੋਡਕਸ਼ਨ ਬਾਰੇ ਟਾਸਕ 2 ਦੇ। ਉਸ 'ਚ ਐਕਸਪਲੇਨ ਪ੍ਰੋਪਰਲੀ ਕੀਤਾ ਹੋਇਆ ਕਿ ਕਿਵੇਂ ਤੁਸੀਂ ਇੰਟਰੋਡਕਸ਼ਨ ਨੂੰ 3 ਸੈਂਟੈਂਸ 'ਚ ਕਵਰ ਕਰ ਸਕਦੇ ਹੋ ਔਰ ਉਹ ਸੈਂਟੈਂਸ ਬਣਾਉਣੇ ਕਿੱਦਾਂ ਹੁੰਦੇ ਆ, ਕਿੰਨਾ ਈਜ਼ੀ ਮੈਥਡ ਹੈ ਉਹ ਐਕਸਪਲੇਨ ਕੀਤਾ ਹੋਇਆ ਉਹਦੇ ਵਿੱਚ। ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਜ਼ਰੂਰ ਪਾਉਂਗੀ, ਉਹਨੂੰ ਮਸਟ ਇੱਕ ਵਾਰ ਜ਼ਰੂਰ ਦੇਖਣਾ, ਉਹਨੂੰ ਇੱਕ ਵਾਰ ਜ਼ਰੂਰ ਦੇਖਣਾ ਇਸ ਐਸੇ ਨੂੰ ਸਮਝਣ ਤੋਂ ਪਹਿਲਾਂ। सो मैं ऐसे जो एग्जाम्पल ले रही हूँ, मैं एग्जाम्पल ले रही हूँ पेरेंट्स आर टोटली रिस्पॉन्सिबल फॉर द बैड बिहेवियर ऑफ द चिल्ड्रन, डू यू एग्री, डू यू डिसएग्री, टू व्हाट एक्सटेंट डू यू एग्री। सो इस ऐसे में लेके चल रही हूँ। तो जो पहली चीज़ है वो इंट्रोडक्शन बारे गल करांगे। जो फर्स्ट सेंटेंस है वो बहुत ईजी होंदा, वो किद्दां बनाना होंदा है, तुसीं अपने ऐसे दी क्वेश्चन ਦੇ ਵਿੱਚੋਂ ਕੁਝ ਕੀਵਰਡ ਚੂਜ਼ ਕਰਨੇ ਆ। ਕੀਵਰਡ ਕੀ ਹੁੰਦਾ ਹੈ, ਜੋ ਮੇਜਰਲੀ ਇੱਥੇ ਵਰਡਸ ਆ ਰਹੇ ਆ ਜਿਹਦੇ ਹਾਈਲਾਈਟ ਜ਼ਿਆਦਾ ਹੋ ਰਹੇ ਆ, ਜਿਵੇਂ ਉਹਰੇ ਕਿਹੜੇ ਕਿਹੜੇ ਹੋ ਸਕਦੇ, ਪੇਰੈਂਟਸ, ਬੈਡ ਬਿਹੇਵੀਅਰ ਜਾਂ ਫਿਰ ਚਿਲਡਰਨ। ਤੁਸੀਂ ਤਿੰਨਾਂ ਨੂੰ ਵੀ ਯੂਜ਼ ਕਰ ਸਕਦੇ ਹੋ ਇੱਕੋ ਸੈਂਟੈਂਸ, ਜਾਂ ਤਿੰਨਾਂ ਚੋਂ ਕੋਈ 2 ਯੂਜ਼ ਕਰ ਸਕਦੇ ਹੋ ਜਾਂ ਤਿੰਨਾਂ ਚੋਂ ਕੋਈ 1 ਯੂਜ਼ ਕਰ ਸਕਦੇ ਹੋ। ਪਰ ਇਹਦੇ ਬੇਸ ਤੇ ਤੁਸੀਂ ਕੋਈ ਵੀ ਸੈਂਟੈਂਸ ਜੋ ਤੁਹਾਡੇ ਦਿਮਾਗ 'ਚ ਆਉਂਦਾ ਤੁਸੀਂ ਲਿਖ ਸਕਦੇ ਹੋ। ਜਿਵੇਂ ਤੁਸੀਂ ਹੁਣ ਇੱਥੇ ਬੈਡ ਬਿਹੇਵੀਅਰ ਨੂੰ ਜਾਂ ਚਿਲਡਰਨ ਨੂੰ ਅਗਰ ਫੋਕਸ ਕਰਨਾ ਚਾਹੁੰਦੇ ਹੋ, ਤੁਸੀਂ ਕੀ ਲਿਖੋਗੇ, ਤੁਸੀਂ ਲਿਖ ਸਕਦੇ ਹੋ ਕਿ ਨਾਊ-ਡੇਜ਼ ਬਿਹੇਵੀਅਰ ਆਫ ਚਿਲਡਰਨ ਇਜ਼ ਗੈਟਿੰਗ ਵਰਸ ਡੇ ਬਾਈ ਡੇ। ਸਿੰਪਲ ਹੈ, ਤੁਸੀਂ ਦੱਸ ਸਕਦੇ ਹੋ ਕਿ ਅੱਜ ਕੱਲ੍ਹ ਟਾਈਮ ਦੇ ਨਾਲ ਚਿਲਡਰਨ ਦਾ ਬਿਹੇਵੀਅਰ ਕਾਫੀ ਵਰਸਟ ਹੁੰਦਾ ਜਾਂਦਾ ਜਾਂ ਕਾਫੀ ਬੈਡ ਹੁੰਦਾ ਜਾ ਰਿਹਾ। ਤੁਸੀਂ ਇੱਦਾਂ ਦੀ ਲਾਈਨ ਬਣਾ ਸਕਦੇ ਹੋ। ਜਾਂ ਤੁਹਾਨੂੰ ਮੈਂ ਨੈਕਸਟ ਵੀਡੀਓ ਪਾਉਂਗੀ, ਉਸ ਮੈਂ ਐਕਸਪਲੇਨ ਕਰੂੰਗੀ। ਤੁਸੀਂ ਇੱਕ ਸਿੰਪਲ ਮੈਥਡ ਵੀ ਹੈ ਫਿਨੋਮੀਨਾ ਕਰਕੇ, ਫਿਨੋਮੀਨਾ ਨਾਲ ਵੀ ਇਸ ਨੂੰ ਲਿਖ ਸਕਦੇ ਹੋ। ਜੋ ਐਕੈਡੈਮਿਕ ਦੇ ਬੱਚੇ ਹੁੰਦੇ ਆ ਉਹਨਾਂ ਲਈ ਤਾਂ 6.5 ਚਾਹੀਦੇ ਹੁੰਦੇ, ਉਹਨਾਂ ਲਈ ਤਾਂ ਬਿਲਕੁਲ ਸਹੀ ਹੈ ਵਾਲਾ
ਪਰ ਜੋ 8 ਬੈਂਡਸ ਵਾਲੇ ਜਾਂ 7 ਬੈਂਡਸ ਵਾਲੇ ਹੁੰਦੇ ਜਨਰਲ ਦੇ ਬੱਚੇ, ਉਹਨਾਂ ਨੂੰ ਥੋੜਾ ਜਿਹਾ ਇਸ ਲਾਈਨ ਤੇ ਫੋਕਸ ਜ਼ਿਆਦਾ ਕਰਨਾ ਚਾਹੀਦਾ, ਇਹਨੂੰ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੈਕਸਟ, ਡੂ ਯੂ ਐਗਰੀ, ਯੂ ਡਿਸਐਗਰੀ। ਹੁਣ ਇਸ ਟਾਈਪ ਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਅੱਗੇ ਜਾ ਕੇ। ਹੁਣ ਦੇਖੋ, ਪਹਿਲਾ ਤੁਸੀਂ ਸੈਂਟੈਂਸ ਕੀਵਰਡ ਬੇਸ ਲਿਖਣਾ ਹੈ, ਇਸ ਲਈ ਜ਼ਰੂਰ ਮੇਰੀ ਵੀਡੀਓ ਵਾਚ ਕਰਨਾ। ਨੈਕਸਟ ਸੈਂਟੈਂਸ, ਸੈਕਿੰਡ ਸੈਂਟੈਂਸ, ਇਸ ਤੁਸੀਂ ਐਕਸਪਲੇਨ ਕਰੋਗੇ ਕਿ ਐਕਚੁਅਲ ਜੋ ਆ ਕੁਐਸਚਨ ਚ ਲਾਈਨ ਦਿੱਤੀ ਹੋਈ ਹੈ, ਇਹਨੂੰ ਰੀਵਰਡ ਕਰੋਗੇ। ਰੀਵਰਡ ਕਰਨ ਦੇ ਕਾਫੀ ਸਾਰੇ ਮੈਥਡਸ ਨੇ। ਮੈਂ ਪਾਰਟ 1 ਚ ਆਪਣੀ ਵੀਡੀਓ ਦਾ ਇੱਕ ਪਾਰਟ 1 ਪਾਇਆ ਸੀ, ਉੱਥੇ ਐਕਸਪਲੇਨ ਕੀਤਾ ਹੋਇਆ ਕਿ ਰਾਈਟਿੰਗ ਵਿੱਚ ਪਾਰਟ 1 ਜੋ ਇੰਟਰੋਡਕਸ਼ਨ ਦਾ ਹੁੰਦਾ ਹੈ, ਉਹਦਾ ਸੈਕਿੰਡ ਸੈਂਟੈਂਸ ਚ ਇਹਨੂੰ ਰੀਵਰਡ ਕਿਵੇਂ ਕਰਨਾ ਹੁੰਦਾ। ਤੁਸੀਂ ਜ਼ਰੂਰ ਉਸ ਵੀਡੀਓ ਨੂੰ ਵਾਚ ਕਰਨਾ, ਤੁਹਾਨੂੰ ਕਲੀਅਰਲੀ ਪਤਾ ਲੱਗ ਜਾਏਗਾ ਕਿਵੇਂ ਕਰਨਾ ਹੈ। ਸਿਨੋਨਿਮ ਯੂਜ਼ ਕਰਕੇ ਕਰ ਸਕਦੇ ਜਾਂ ਕੁਐਸਚਨ ਦੀ ਫਾਰਮ ਚ, ਜਾਂ ਇਸ ਸੈਂਟੈਂਸ ਦਾ ਜੋ ਇਹਨੂੰ ਐਕਟਿਵ ਪੈਸਿਵ ਦੀ ਫਾਰਮ ਚੇਂਜ ਕਰਕੇ ਵੀ ਕਰ ਸਕਦੇ ਹੋ। ਬਹੁਤ ਸਾਰੇ ਮੈਥਡਸ ਹੁੰਦੇ, ਤੁਸੀਂ ਉੱਥੋਂ ਇੱਕ ਵਾਰ ਵੀਡੀਓ ਜ਼ਰੂਰ ਚੈੱਕ ਕਰਨਾ। ਪਰ ਸਟਾਰਟ ਕਿਵੇਂ ਕਰਨਾ ਸੈਕਿੰਡ ਸੈਂਟੈਂਸ, ਤੁਸੀਂ ਲਿਖੋਗੇ देयर आर दोस हु बिलीव दैट। ਠੀਕ ਹੈ, ਕਿਉਂਕਿ ਆਪਾਂ ਐਗਰੀ ਡਿਸਐਗਰੀ ਬਾਰੇ ਡਿਸਕਸ ਕਰਨਾ ਹੈ। ਤਾਂ ਜੋ ਵੀ ਆਈਡੀਆ ਹੈ, ਇਸ ਆਈਡੀਆ ਨੂੰ ਲਿਖਣ ਤੋਂ ਪਹਿਲਾਂ ਜ਼ਰੂਰ ਵਰਡਸ ਲਿਖਣੇ, ਕਿਹੜੇ ਕਿਹੜੇ। देयर आर दोस हु बिलीव दैट। ਇਹ ਲਿਖਣ ਤੋਂ ਬਾਅਦ ਇੱਥੇ ਜੋ ਮੈਂ ਡੈਸ਼ ਛੱਡਿਆ, ਤੁਸੀਂ ਇੱਥੇ ਇਹਨੂੰ ਰੀਵਰਡ ਕਰ ਦੋਗੇ ਆ ਸੈਂਟੈਂਸ ਨੂੰ, ਪੇਰੈਂਟਸ ਵਾਲੇ ਨੂੰ। ਠੀਕ ਹੈ, ਇਹਨੂੰ ਰੀਵਰਡ ਕਿਵੇਂ ਕਰਨਾ ਹੈ ਤੁਹਾਨੂੰ ਮੈਂ ਇੱਕ ਅਗਲੀ ਆਉਣ ਵਾਲੀ ਵੀਡੀਓ 'ਚ ਐਕਸਪਲੇਨ ਵੀ ਕਰੂੰਗੀ ਇਸ ਐਸੇ ਬਾਰੇ। ਇਸ ਤੋਂ ਬਿਨਾਂ ਜੋ ਜਰਨਲ ਹਰ ਐਸੇ ਬਾਰੇ ਐਕਸਪਲੇਨੇਸ਼ਨ ਤੁਹਾਨੂੰ ਚਾਹੀਦੀ ਹੈ, ਤੁਸੀਂ ਪਾਰਟ 1 ਜ਼ਰੂਰ ਦੇਖਣਾ ਰਾਈਟਿੰਗ ਦਾ, ਤੁਹਾਨੂੰ ਕਲੀਅਰ ਹੋ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਜੋ ਥਰਡ ਸੈਂਟੈਂਸ ਲਿਖਣਾ ਹੁੰਦਾ ਹੈ, ਤੁਸੀਂ ਉਹ ਕਿਹਦੇ ਤੇ ਡਿਪੈਂਡ ਕਰਦਾ ਕਿ ਟਾਈਪ ਕੀ ਹੈ ਐਸੇ ਦੀ। ਹੁਣ ਐਸੇ ਦੀ ਟਾਈਪ ਕਿਹੜੀ ਹੈ, ਐਗਰੀ, ਡਿਸਐਗਰੀ। ਤੁਸੀਂ ਇਸ ਲਾਈਨ ਨੂੰ ਜੋ ਲਿਖਣਾ ਹੈ ਹਮੇਸ਼ਾ ਹਰ ਇੱਕ ਲਈ ਸੇਮ ਹੀ ਲਿਖਣਾ ਹੈ। ਕੀ ਹੈ ਲਾਈਨ, ਦਿਸ ਐਸੇ ਵਿਲ ਐਗਰੀ ਇਨ ਪਾਰਟ ਵਿਦ ਦਿਸ ਵਿਊ ਐਂਡ will offer reasons for this position। means ਕਿ ਜਿਹੜਾ ਇਹ ਐਸੇ ਆਪਾਂ ਲਿਖਣ ਜਾ ਰਹੇ ਹਾਂ ਵਾਲਾ, ਇਹ ਜਿਹੜਾ ਇਹਨੂੰ ਇਸ ਚੀਜ਼ ਨਾਲ, ਇਸ ਲਾਈਨ ਦੇ ਨਾਲ, ਇਸ ਕੁਐਸਚਨ ਦੇ ਨਾਲ ਐਗਰੀ ਤਾਂ ਕਰਦਾ, ਪਰ ਇਨ ਪਾਰਟ ਕਰਦਾ। ਇਨ ਪਾਰਟ ਮੀਨ ਥੋੜਾ ਬਹੁਤ ਐਗਰੀ ਕਰਦਾ, ਪਰ ਬਾਕੀ ਡਿਸਐਗਰੀ ਵੀ ਕਰੇਗਾ ਵਿਦ ਦਿਸ ਵਿਊ, ਆਹ ਵਾਲੇ ਵਿਊ ਦੇ ਨਾਲ ਕਿ ਪੇਰੈਂਟਸ ਰਿਸਪੌਂਸਿਬਲ ਹੈ ਕਿ ਨਹੀਂ ਹੈ ਬੈਡ ਬਿਹੇਵੀਅਰ ਲਈ। ਐਂਡ ਇਹਦੇ ਵਿੱਚ will offer reasons for this position, ਕੀ ਰੀਜ਼ਨਸ ਕੀ ਨੇ, ਕਿਉਂ ਐਗਰੀ ਕਰਦਾ, ਕਿਉਂ ਡਿਸਐਗਰੀ ਕਰਦਾ, ਉਹ ਵੀ ਐਕਸਪਲੇਨ ਕਰੇਗਾ। तो एक ਤੁਸੀਂ ਚੀਜ਼ ਨੋਟਿਸ ਕੀਤੀ ਹੋਏਗੀ, ਇਹਦੇ ਵਿੱਚ ਕਿਤੇ ਵੀ ਮੈਂ ਆਈ ਵੋਈ ਵਰਡ ਨਹੀਂ ਯੂਜ਼ ਕੀਤੇ ਕਦੇ ਵੀ। ਇੰਟਰੋਡਕਸ਼ਨ ਚ ਆਈ ਵੋਈ ਵਰਡ, ਇਵਨ ਪੂਰੇ ਐਸੇ ਚ ਆਈ ਵੋਈ ਵਰਡਸ ਯੂਜ਼ ਨਹੀਂ ਕਰਨੇ ਹੁੰਦੇ। ਸਿਰਫ ਦੇ, ਦੋਸਤ, ਇਦਾਂ ਵਾਲੇ ਵਰਡਸ ਯੂਜ਼ ਕਰਨੇ ਹੁੰਦੇ ਨੇ, ਪਰ ਆਈ ਵੋਈ ਵਰਡਸ ਨਹੀਂ ਯੂਜ਼ ਕਰਨਾ, ਯੂ ਯੂਜ਼ ਕਰਨਾ। ਮਤਲਬ ਫਰਸਟ ਐਂਡ ਸੈਕਿੰਡ ਵਾਲੇ ਨਹੀਂ ਯੂਜ਼ ਕਰਨੇ ਹੁੰਦੇ, ਫਰਸਟ ਪਰਸਨ ਐਂਡ ਸੈਕਿੰਡ ਪਰਸਨ ਵਾਲੇ ਨਹੀਂ ਯੂਜ਼ ਕਰਨੇ ਹੁੰਦੇ ਆਈ ਤੇ ਯੂ। ਯੂ ਕੈਨ ਯੂਜ਼ ਦ ਵਰਡਸ that are third person words। third person means those, the, them। ਸੋ ਇਹ ਇੰਟਰੋਡਕਸ਼ਨ ਹੋ ਗਈ, ਇੱਥੇ ਖਤਮ। ਤੁਸੀਂ ਆਹ ਵਰਡਸ ਆਪਣੇ ਨੋਟ ਡਾਊਨ ਕਰ ਲਓ, ਜੋ ਮੈਂ ਬਲੈਕ 'ਚ ਲਿਖਿਆ ਤੁਸੀਂ ਆਪਣੇ ਆਪ ਲਿਖਣਾ ਹੈ। ਜਿੱਥੇ ਮੈਂ ਡੈਸ਼ ਛੱਡੀ ਜਾਊਂਗੀ, ਉਹ ਡੈਸ਼ ਨੂੰ ਤੁਸੀਂ ਫਿਲ ਅਪ ਕਰਨਾ ਆਪਣੇ ਆਈਡੀਆਜ਼ ਦੇ ਨਾਲ। ਮਤਲਬ ਤੁਸੀਂ ਇਹ ਵਾਲੇ ਡੈਸ਼ ਆਹ ਚੀਜ਼ ਫਿਲ ਕਰੋਗੇ, ਇਹਨੂੰ ਰੀਵਰਡ ਕਰਦੇ ਹੋਏ ਇਸੇ ਸੈਂਟੈਂਸ ਨੂੰ ਰੀਵਰਡ ਕਰ ਲਿਓ। ਬੈਡ ਨੂੰ ਵੀ ਕੁਝ ਹੋਰ ਵਰਡ ਦੇ ਦਿਓ, ਬਿਹੇਵੀਅਰ ਨੂੰ ਕੰਡਕਟ ਲਿਖ ਦਿਓ, ਚਿਲਡਰਨ ਨੂੰ ਤੁਸੀਂ ਚਾਈਲਡ ਲਿਖ ਸਕਦੇ ਹੋ, ਪੇਰੈਂਟਸ ਨੂੰ ਤੁਸੀਂ, ਚਲੋ ਪੇਰੈਂਟਸ ਨੂੰ ਆਪਾਂ ਪੇਰੈਂਟਸ ਹੀ ਲਿਖਾਂਗੇ ਅੱਗੇ ਜਾ ਕੇ ਆਪਾਂ, ਕਿਉਂਕਿ ਇਹਦੇ ਸਿਨੋਨਿਮਸ ਥੋੜੇ ਘੱਟ ਹੁੰਦੇ ਨੇ ਪੇਰੈਂਟਸ ਦੇ। ਠੀਕ ਹੈ, ਰਿਸਪੌਂਸਿਬਲ ਨੂੰ ਆਪਾਂ देयर ਡਿਊਟੀ ਲਿਖ ਦਾਂਗੇ। ਠੀਕ ਹੈ, ਥੋੜਾ ਸੈਂਟੈਂਸ ਚੇਂਜ ਕਰਨਾ, ਤੁਹਾਨੂੰ ਮੈਂ ਨੈਕਸਟ ਵੀਡੀਓ 'ਚ ਐਕਸਪਲੇਨ ਕਰੂੰਗੀ ਕਿਵੇਂ। ਥਰਡ ਸੈਂਟੈਂਸ ਵੀ ਤੁਹਾਨੂੰ ਐਕਸਪਲੇਨ ਕਰਤਾ। ਹੁਣ ਨੈਕਸਟ ਆਪਾਂ ਜੋ ਕਰਨ ਜਾ ਰਹੇ ਹਾਂ, ਬॉडी ਪੈਰਾਗ੍ਰਾਫਸ ਕਿੱਦਾਂ ਬਣਾਉਣੇ ਆ। ਪਹਿਲਾ ਪੈਰਾ ਖਤਮ, ਦੂਸਰਾ ਪੈਰਾ ਕਿਵੇਂ ਲਿਖਣਾ ਹੈ। ਹੁਣ ਮੈਂ ਇਹ ਪੈਰਾਗ੍ਰਾਫ ਲਿਖਣ ਜਾ ਰਹੀ ਹਾਂ ਜੋ ਇਸ ਲਾਈਨ ਨਾਲ ਐਗਰੀ ਕਰਦਾ ਹੈ, ਜੋ ਇਸ ਕੁਐਸਚਨ ਦੇ ਨਾਲ ਐਗਰੀ ਕਰਦਾ ਹੈ। ਐਗਰੀ ਕਰਨ ਦਾ ਮਤਲਬ ਹਾਂ ਕਿ ਪੇਰੈਂਟਸ ਰਿਸਪੌਂਸਿਬਲ ਹੈ। ਠੀਕ ਹੈ, तो जो मैं ब्लैक च लिख रही हूँ, ਤੁਸੀਂ ਇਹਨੂੰ ਆਪਣਾ ਫਾਰਮੈਟ ਸਮਝ ਲਓ ਕਿ ਤੁਸੀਂ ਹਰ ਐਸੇ ਵਿੱਚ ਆ ਚੀਜ਼ ਲਿਖ ਸਕਦੇ ਹੋ। ਸਟਾਰਟਿੰਗ ਵਾਲੀ ਦੇਖੋ ਕਿੰਨੇ ਅੱਛੇ ਵਰਡਸ ਵੀ ਆ ਗਏ, ਵੋਕੈਬਲਰੀ में कंटेंट आ गया, सेवरल आ गया, कुछ ਵਧੀਆ ਵਰਡਸ ਵੀ ਯੂਜ਼ ਹੋ ਜਾਣਗੇ, ਨਾਲ ਤੁਹਾਨੂੰ ਫਾਰਮੈਟ ਮਿਲ ਗਿਆ। ਤੁਸੀਂ ਸਿਰਫ ਡੈਸ਼ ਫਿਲ ਕਰਨੇ ਆ ਆਪਣੀ ਆਈਡੀਆਜ਼ ਨਾਲ, ਬਾਕੀ ਸਾਰਾ ਤੁਸੀਂ ਇੱਥੋਂ ਸੇਮ ਫਾਰਮੈਟ ਯੂਜ਼ ਕਰ ਸਕਦੇ ਹੋ। ਹੁਣ ਕਿ ਦੇਖੋ ਐਗਰੀ ਵਿੱਚ ਕੀ ਲਿਖਾਂਗੇ, देयर आर सेवरल रीजंस व्हाई सम इंडिविजुअल्स कंटेंट दैट। मींस कुछ रीजंस कुछ ਹੈਗੇ ਆ ਜਿਨ੍ਹਾਂ ਕਰਕੇ ਕੁਝ ਪਰਸਨਸ ਬਿਲੀਵ ਕਰਦੇ ਆ ਕਿ ਹਾਂ ਇਹ ਠੀਕ ਹੈ ਵੀ ਪਰ ਜੋ ਪੇਰੈਂਟਸ ਹੈ ਉਹ ਰਿਸਪੌਂਸਿਬਲ ਹੈਗੇ ਆ। ਠੀਕ ਹੈ, ਨਾਲ ਸੈਕਿੰਡ ਲਾਈਨ ਤੁਸੀਂ ਲਿਖਣੀ ਇਟ ਸੀਮਸ ਅਨਡਿਨਾਏਬਲ दैट। ਅਨਡਿਨਾਏਬਲ ਮੀਨਸ ਅਨਡਿਨਾਏਬਲ ਵੀ ਇੱਕ ਅੱਛਾ ਵਰਡ ਯੂਜ਼ ਹੋ ਗਿਆ ਵੋਕੈਬਲਰੀ ਦਾ। ਤਾਂ ਤੁਹਾਨੂੰ ਕੋਈ ਫਾਰਮੈਟ ਦੇ ਵਿੱਚ ਹੀ ਕਵਰ ਹੋ ਜਾਏਗੀ, ਤੁਹਾਨੂੰ ਉਹਦੀ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ, ਤਾਂ ਹੀ ਇਹ ਫਾਰਮੈਟ ਬੈਸਟ ਹੈ। ਬਲੈਕ ਵਾਲੀ ਵਰਡਸ ਤੁਸੀਂ ਪੱਕਾ ਹੀ ਲਿਖਣਾ, ਜੋ ਮੈਂ ਰੈਡ 'ਚ ਲਿਖਿਆ ਹੈ ਤੁਸੀਂ ਇੱਥੇ ਆਪਣੀ ਆਈਡੀਆਜ਼ ਪਾਣੇ ਆ, ਜਾਂ ਜਿੱਥੇ ਮੈਂ ਡੈਸ਼ ਪਾਇਆ ਤੁਸੀਂ ਉੱਥੇ ਆਪਣੀ ਆਈਡੀਆਜ਼ ਪਾਣੇ ਆ। ਠੀਕ ਹੈ, ਇਟ ਸੀਮਸ ਅਨਡਿਨਾਏਬਲ दैट। ਇਸ ਤੋਂ ਬਾਅਦ ਤੁਸੀਂ ਡੈਸ਼ ਪਾਇਆ, ਤੁਸੀਂ ਤੇ ਆਪਣਾ ਆਰਗੂਮੈਂਟ ਲਿਖਣਾ। ਆਰਗੂਮੈਂਟ ਮੀਨਸ ਤੁਸੀਂ ਕਿਉਂ ਐਗਰੀ ਕਰਦੇ ਹੋ ਕਿ ਜਿਹੜੇ ਪੇਰੈਂਟਸ ਨੇ ਉਹ ਇਸ ਚੀਜ਼ ਲਈ ਰਿਸਪੌਂਸਿਬਲ ਹੈ। ਤੁਸੀਂ ਆਪਣਾ ਇੱਥੇ ਆਈਡੀਆ ਮੈਂਸ਼ਨ ਕਰਨਾ ਹੈ। ਹੁਣ ਆਈਡੀਆ ਤੁਸੀਂ ਕੋਈ ਵੀ ਦੇ ਸਕਦੇ ਹੋ। ਤੁਸੀਂ ਕਿਵੇਂ ਲਿਖ ਸਕਦੇ ਹੋ ਕਿ ਜਿਹੜੇ ਫਾਰਮੈਟਿਵ ਵੇਅਰਸ ਹੁੰਦੇ ਨੇ
ਆਪਣੇ ਇੱਕ ਚਾਈਲਡ ਦੇ ਉਹ ਆਪਣੇ ਪੇਰੈਂਟਸ ਨਾਲ ਬਿਤਾਉਂਦਾ ਹੈ। ਜਿਹੜੇ ਪਹਿਲੇ ਸਾਲ ਹੁੰਦੇ ਨੇ, ਜਿਹੜੇ ਸਾਲ ਉਹ 5 ਸਾਲ ਜਾਂ 4 ਸਾਲ ਬੱਚਾ ਘਰ ਰਹਿੰਦਾ, ਉਹ ਆਪਣੇ ਪੇਰੈਂਟਸ ਨਾਲ ਬਿਤਾਉਂਦਾ ਹੈ। ਠੀਕ ਹੈ, ਇਸ ਕਰਕੇ ਉਸ ਟਾਈਮ ਦੇ ਵਿੱਚ ਜੋ ਸਿੱਖਦਾ ਹੈ ਉਹੀ ਉਹਦੇ ਬਿਹੇਵੀਅਰ ਨੂੰ ਡਿਸਾਈਡ ਕਰਦਾ ਹੈ। ਠੀਕ ਹੈ, ਇਸ ਕਰਕੇ ਪੇਰੈਂਟਸ ਰਿਸਪੌਂਸਿਬਲ ਹੈ। ਤੁਸੀਂ ਕਿਵੇਂ ਲਿਖੋਗੇ, ਤੁਸੀਂ ਇੱਥੇ ਆਰਗੂਮੈਂਟ ਕੀ ਲਿਖੋਗੇ ਕਿ ਹਾਂ ਫੋਰਮੈਟਿਵ ਈਅਰਸ ਜਿਹੜਾ ਆਪਣਾ ਜੋ ਚਾਈਲਡ ਹੈਗਾ ਉਹ ਆਪਣੇ ਪੇਰੈਂਟਸ ਨਾਲ ਹੀ ਬਿਤਾਉਂਦਾ ਹੈ, ਤੇ ਇਸ ਕਰਕੇ ਹਾਂ ਕਿ ਪੇਰੈਂਟਸ ਦਾ ਬਿਹੇਵੀਅਰ ਵੀ, ਪੇਰੈਂਟਸ ਦਾ ਜੋ ਕੰਡਕਟ ਹੁੰਦਾ ਜਾਂ ਪੇਰੈਂਟਸ ਜੋ ਸਿਖਾਉਂਦੇ ਨੇ ਉਹ ਮੈਟਰ ਕਰਦਾ। ਤੁਸੀਂ ਇੱਥੇ ਲਿਖ ਦੋਗੇ ਕਿ ਤੁਸੀਂ देयर फॉर वर्ड यूज कर लियो ਨਾਲ, ਪਹਿਲਾਂ ਲਿਖ ਦੋਗੇ ਕਿ ਹਾਂ ਪੇਰੈਂਟਸ ਦਾ ਜੋ ਬੱਚਾ ਜੋ ਹੁੰਦਾ ਪਹਿਲੇ ਫੋਰਮੈਟਿਵ ਈਅਰਸ ਆਪਣੇ ਪੇਰੈਂਟਸ ਨਾਲ ਬਿਤਾਉਂਦਾ ਹੈ, ਫਿਰ ਲਿਖੋਗੇ ਸੋ ਜਾਂ देयर फॉर ਕੋਮਾ ਪਾ ਕੇ ਲਿਖ ਦੋਗੇ ਕਿ ਕਿਉਂ, ਤੇ ਉਸੇ ਟਾਈਮ ਤੇ ਉਹਦਾ ਮੇਨ ਸਟੈਂਡਰਡ ਬਿਹੇਵੀਅਰ ਬਿਲਡ ਹੋ ਰਿਹਾ ਹੁੰਦਾ, ਤਾਂ ਇਸ ਕਰਕੇ ਉਹ ਇਹ ਚੀਜ਼ਾਂ ਉਹਨੂੰ ਸਿੱਖਣੀਆਂ ਸ਼ੁਰੂ ਹੋ ਜਾਂਦੀਆਂ। ਪਰ ਜਰੂਰ ਮੇਰੀ ਨੈਕਸਟ ਵੀਡੀਓ ਜਰੂਰ ਵਾਚ ਕਰਨਾ, ਉਸ ਮੈਂ ਇਸ ਐਸੇ ਨੂੰ ਪੂਰਾ ਐਕਸਪਲੇਨ ਕਰ ਦੂੰਗੀ ਕਿ ਤੁਸੀਂ ਜੋ ਡੈਸ਼ ਫਿਲਅਪਸ ਨੇ ਉਹ ਕਿਵੇਂ ਕਰਨੇ ਆ। ਤੁਸੀਂ ਪਹਿਲਾਂ ਆਪਣਾ ਦਿਮਾਗ ਲਗਾ ਕੇ ਕਰਨਾ, ਫਿਰ ਤੁਸੀਂ ਉਸ ਵੀਡੀਓ ਨੂੰ ਵਾਚ ਕਰਨਾ, ਤੁਹਾਨੂੰ ਕਲੀਅਰਲੀ ਮਿਲ ਜੂਗਾ ਆਈਡੀਆ ਵੀ ਕਿਵੇਂ ਲਿਖਣੇ ਹੁੰਦੇ ਆ। ਫਿਰ ਤੁਸੀਂ ਅਗਲਾ ਲਿਖਣਾ ਹੈ ਲਿੰਕਡ ਟੂ ਦਿਸ ਇਜ਼ ਦ ਫੈਕਟ। ਇਹ ਵੀ ਥੋੜਾ ਫਾਰਮੈਟ ਹੋ ਗਿਆ, ਤੁਸੀਂ ਇਹ ਵਰਡ ਆਪਣੇ ਆਪ ਲਿਖ ਲੈਣੇ, ਯਾਦ ਕਰ ਲਓ। ਹਰ ਐਸੇ ਤੁਸੀਂ ਯੂਜ਼ ਕਰ ਸਕਦੇ ਜੋ ਮੈਂ ਬਲੈਕ ਚ ਲਿਖਿਆ ਹੋਇਆ, ਬਾਕੀ ਇੱਥੇ ਤੁਸੀਂ ਆਪਣੇ ਆਈਡੀਆਸ ਪਾਣੇ ਆ। ਲਿੰਕਡ ਟੂ ਦਿਸ ਇਜ਼ ਦ ਫੈਕਟ ਦੈਟ, ਫਿਰ ਡੈਸ਼ ਪਾਇਆ, ਡੈਸ਼ ਤੁਸੀਂ ਆਪਣਾ ਫਿਰ ਆਈਡੀਆ ਲਿਖਣਾ ਵਾ। तो इतने पहला आइडिया, इतने दूसरा आइडिया। ठीक है, पहला रीजन, मतलब इतने पहला रीजन फिर दूसरा रीजन। फर्स्ट रीजन तुम लिख चुके हाँ कि फॉर्मेटिव ईयर्स पेरेंट्स ਨਾਲ ਬਿਤਾਉਂਦਾ ਬੱਚਾ। दूसरी गल ਇਸ ਤੁਸੀਂ ਕੋਈ ਵੀ ਹੋਰ ਆਈਡੀਆ ਦੇ ਸਕਦੇ ਹੋ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜਦੋਂ ਬੱਚੇ ਹੁੰਦੇ ਨੇ ਉਹ ਆਪਣੇ ਮਿਮਿਕ ਕਰਨਾ ਸ਼ੁਰੂ ਕਰ ਦਿੰਦੇ ਬਚਪਨ ਤੋਂ ਹੀ ਆਪਣੇ ਪੇਰੈਂਟਸ ਨੂੰ, ਜਿਵੇਂ ਉਹਨਾਂ ਨੂੰ ਦੇਖਦੇ ਬਿਹੇਵ ਕਰਦੇ ਹੋਏ ਉਦਾਂ ਹੀ ਕਰਦੇ। ਠੀਕ ਹੈ, ਕਿਉਂਕਿ ਉਹਨਾਂ ਨੂੰ ਆਪਣੇ ਰੋਲ ਮਾਡਲਸ ਬਣਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੇਰੇ ਪੇਰੈਂਟਸ ਹੀ ਮੇਰੇ ਰੋਲ ਮਾਡਲਸ ਨੇ, ਹਰ ਟਾਈਮ ਉਹਨਾਂ ਨੂੰ ਦੇਖਦੇ, ਇਸ ਕਰਕੇ ਉਹਨਾਂ ਰੋਲ ਮਾਡਲਸ ਹੁੰਦੇ ਆ। ਜਿਵੇਂ ਪੇਰੈਂਟਸ ਬਿਹੇਵ ਕਰਨਗੇ ਉਦਾਂ ਹੀ ਬੱਚੇ ਬਿਹੇਵ ਕਰਨਗੇ। ਠੀਕ ਹੈ, ਇਹ ਸੈਕਿੰਡ ਪੁਆਇੰਟ ਹੋਗਾ, ਤੁਸੀਂ ਇੱਥੇ ਐਕਸਪਲੇਨ ਕਰ ਦਿਓ। ਇੱਥੇ ਤੁਸੀਂ ਸੋ ਵਰਡ ਯੂਜ਼ ਕੀਤਾ, ਇੱਥੇ देयर फॉर वर्ड ਯੂਜ਼ ਕਰ ਦਿਓ। ਜਦੋਂ ਤੁਸੀਂ ਸਪੋਰਟ ਦਵੋਗੇ ਆਪਣੇ ਆਈਡੀਆ ਨੂੰ, ਸਪੋਰਟ ਕਰਨਾ ਮਤਲਬ ਜੋ ਤੁਸੀਂ ਇੱਥੇ ਗੱਲ ਕਹੀ ਉਹ ਕਿਉਂ ਠੀਕ ਹੈ, ਉਹਨੂੰ ਠੀਕ ਕਰਨ ਲਈ ਸਪੋਰਟ ਕਰੋਗੇ। ਸਪੋਰਟ ਕਰਨ ਤੋਂ ਪਹਿਲਾਂ ਉਹਦੇ देयर फॉर ਪਾ ਦਿਓ, ਉਹਦੇ ਸੋ ਪਾ ਦਿਓ ਜਾਂ ਹੈਂਸ ਪਾ ਸਕਦੇ ਹੋ। ਇਦਾਂ ਦੇ ਵਰਡ ਯੂਜ਼ ਕਰਕੇ ਤੁਸੀਂ ਕਨੈਕਟਰ ਹੋਰ ਵਧਾ ਸਕਦੇ ਹੋ ਆਪਣੇ। ਇਹ ਸਾਰੇ ਕਨੈਕਟਰ ਸਹੀ ਕੰਮ ਕਰ ਰਹੇ ਨੇ, ਆ ਵੀ ਕਨੈਕਟਰ ਹੀ ਹੈ, ਇਟ ਸੀਮਸ ਅਨਡੇਨਾਏਬਲ ਦੈਟ ਵਾਲਾ ਵੀ। ਨੈਕਸਟ ਤੁਸੀਂ ਕੀ ਕੀਤਾ, ਦੋ ਕੀਤੀਆਂ। ਤੁਸੀਂ ਚਾਹੋ ਤਾਂ ਇੱਕ ਐਗਜ਼ਾਮਪਲ ਵੀ ਦੇ ਸਕਦੇ ਹੋ। ਤੁਹਾਨੂੰ ਮੈਂ ਇੱਕ ਵੀਡੀਓ ਦੱਸਿਆ ਵੀ ਸੀਗਾ ਕਿ ਪਾਰਟ 2 ਜਿਹੜਾ ਸੀਗਾ ਬੋਡੀ ਪੈਰਾਗ੍ਰਾਫ ਕਿਵੇਂ ਲਿਖਣੇ ਆ, ਉਸ 'ਚ ਇੱਕ ਰੀਅਲ ਲਾਈਫ ਐਗਜ਼ਾਮਪਲ ਦੇ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਐਗਜ਼ਾਮਪਲ, ਕੋਈ ਫੈਕਟ ਹੈਗਾ ਵੈ, ਕੋਈ ਡਾਟਾ ਹੈਗਾ, ਤੁਸੀਂ ਉਹਨੂੰ ਐਕਸਪਲੇਨ ਕਰ ਸਕਦੇ ਹੋ। ਠੀਕ ਹੈ, ਇੱਥੇ ਐਡੀਸ਼ਨ ਕਰ ਸਕਦੇ ਹੋ। ਤੁਸੀਂ ਲਿਖ ਸਕਦੇ ਹੋ ਇਨ ਐਡੀਸ਼ਨ ਜਾਂ ਐਡੀਸ਼ਨਲੀ ਜਾਂ ਮੋਰ ਓਵਰ ਵਰਡ ਲਿਖ ਕੇ ਜਾਂ ਹਾਊਐਵਰ ਵਰਡ ਲਿਖ ਕੇ ਜਾਂ ਫਰਦਰ ਮੋਰ ਜਾਂ ਫਰਦਰ ਵਰਡ ਲਿਖ ਕੇ। ਇਦਾਂ ਦੇ ਕਾਫੀ ਸਾਰੇ ਵਰਡਸ ਹੈ, ਤੁਹਾਨੂੰ ਸ਼ੇਅਰ ਕਰੂੰਗੀ ਅਗਲੀ ਆਉਣ ਵਾਲੀ ਵੀਡੀਓਜ਼ ਦੇ ਵਿੱਚ। ਅੱਗੇ ਤੁਸੀਂ ਜੋ ਥਰਡ ਮਤਲਬ ਬਣਾਉਣਾ ਹੈਗਾ, ਪਹਿਲੇ ਦੋ ਆਈਡੀਆਸ ਐਕਸਪਲੇਨ ਹੋਗੀ, ਫਿਰ ਤੁਸੀਂ ਲਿਖ ਸਕਦੇ ਥਰਡ ਜੋ ਐਗਰੀ ਵਾਲਾ ਆਈਡੀਆ ਹੈ, ਜੋ ਐਗਰੀ ਵਾਲਾ ਰੀਜ਼ਨ ਹੈ, ਉਹ ਲਿਖੋਗੇ ਵਾਟ ਇਜ਼ ਮੋਰ। ਵਾਟ ਇਜ਼ ਮੋਰ ਵੀ ਕਨੈਕਟਰ ਦਾ ਕੰਮ ਕਰ ਰਿਹਾ। ਵਾਟ ਇਜ਼ ਮੋਰ ਵਿਦ ਮੋਰ ਓਵਰ, ਜਿਵੇਂ ਮੋਰ ਓਵਰ ਲਿਖਦਾ ਉਹਦੀ ਵਾਟ ਇਜ਼ ਮੋਰ ਰਾਈਟ। ਫਿਰ ਤੁਸੀਂ ਆਪਣਾ ਆਰਗੂਮੈਂਟ ਲਿਖਣਾ, ਤੁਸੀਂ ਉਹਨੂੰ ਫਿਰ ਸਪੋਰਟ ਕਰਦਾ ਇੱਕ ਸੈਂਟੈਂਸ ਲਿਖਣਾ। ਹੁਣ ਤੁਹਾਨੂੰ ਤੀਸਰਾ ਰੀਜ਼ਨ ਦੇਣਾ ਪੈਣਾ ਕਿ ਤੁਸੀਂ ਪੇਰੈਂਟਸ ਨੂੰ ਕਿਉਂ ਲੱਗਦਾ ਕਿ ਤੁਹਾਨੂੰ ਪੇਰੈਂਟਸ ਇਹਦਾ ਬਿਹੇਵੀਅਰ, ਇਹ 'ਚ ਤੁਸੀਂ ਸਿੰਪਲ ਲਿਖ ਸਕਦੇ ਹੋ ਹਾਂ ਜਦੋਂ ਪੇਰੈਂਟਸ ਨੇ, ਅੱਜ ਕੱਲ੍ਹ ਹਰ ਕੋਈ ਮਨੀ ਕਮਾਉਣ ਦੇ ਪਿੱਛੇ ਲੱਗਿਆ ਹੋਇਆ ਤੇ ਉਹਦੇ ਸਕੈਡਿਊਲਸ ਬਹੁਤ ਬਿਜ਼ੀ ਨੇ, ਤੇ ਇਸ ਕਰਕੇ ਉਹ ਆਪਣੇ ਪੇਰੈਂਟਸ ਨੂੰ, ਜੋ ਪੇਰੈਂਟਸ ਨੇ ਉਹ ਆਪਣੀ ਚਾਈਲਡ ਨੂੰ ਪ੍ਰੋਪਰ ਟਾਈਮ ਨਹੀਂ ਦੇ ਪਾ ਰਹੇ। ਇਸ ਕਰਕੇ ਵੀ ਉਹਨਾਂ ਦੇ ਬੱਚਾ ਦਾ ਜੋ ਬਿਹੇਵੀਅਰ ਹੈ ਉਹ ਸਹੀ ਨਹੀਂ ਦੇ ਪਾ ਰਹੇ, ਉਹਨਾਂ ਨੂੰ ਸਹੀ ਬਿਹੇਵੀਅਰ, ਸਹੀ ਮੈਨਰਸ ਨਹੀਂ ਦੇ ਪਾ ਰਹੇ। ਠੀਕ ਹੈ ਜੀ, ਥੋੜਾ ਇੱਥੇ ਤਿੰਨੋਂ ਆਈਡੀਆ ਡਿਸਕਸ ਹੋ ਗਏ। ਜੇ ਤੁਹਾਨੂੰ ਤਿੰਨ ਨਹੀਂ ਯਾਦ ਆ ਰਹੇ ਆਈਡੀਆ, ਤੁਸੀਂ ਦੋ ਲਿਖ ਦਿਓ। ਜਿਹਨੇ ਤੁਹਾਨੂੰ ਆਈਡੀਆਸ ਯਾਦ ਆ ਰਹੇ ਆ, ਤੁਸੀਂ ਅਗਰ ਐਗਰੀ ਕਰ ਰਹੇ ਹੋ ਤੁਸੀਂ ਦੋ ਐਗਰੀ ਦੇ ਬਣਾ ਦਿਓ, ਤਿੰਨ ਐਗਰੀ ਦੇ ਬਣਾ ਦਿਓ। ਅਗਰ ਡਿਸਐਗਰੀ ਕਰ ਰਹੇ ਹੋ ਤਿੰਨ ਡਿਸਐਗਰੀ ਦੇ ਬਣਾ ਦਿਓ, ਤੁਹਾਡੀ ਮਰਜ਼ੀ ਹੈ। ਤੁਸੀਂ 2 ਪੁਆਇੰਟ ਲਿਖਣੇ ਆ, 3 ਪੁਆਇੰਟ ਲਿਖਣੇ ਆ। ਤੁਸੀਂ ਇਹ ਪੁਆਇੰਟ ਪਹਿਲਾਂ ਹੀ ਦਿਮਾਗ ਸੋਚ ਲੈਣੇ। ਤਿੰਨ ਰੀਜ਼ਨਸ ਮੈਂ ਕਿਹੜੇ ਐਕਸਪਲੇਨ ਕੀਤੇ। ਪਹਿਲਾਂ ਮੈਂ ਕਿਹਾ ਕਿ ਹਾਂ ਫੋਰਮੈਟਿਵ ਈਅਰਸ ਜਿਹੜੇ ਬੱਚੇ ਦੇ ਹੁੰਦੇ ਪੇਰੈਂਟਸ ਤੇ ਡਿਪੈਂਡ ਕਰਦਾ ਹੈ, ਬਿਹੇਵੀਅਰ ਵੀ ਉਹਦੀ ਡਿਸਾਈਡ ਹੁੰਦਾ ਬੱਚੇ ਦਾ, ਤਾਂ ਇਸ ਕਰਕੇ। ਸੈਕਿੰਡ ਕੀ ਹੈ, ਸੈਕਿੰਡ ਰੀਜ਼ਨ ਆਪਾਂ ਇਹ ਦਿੱਤਾ ਕਿ ਉਹ ਆਪਣੇ ਪੇਰੈਂਟਸ ਨੂੰ ਰੋਲ ਮਾਡਲ ਸਮਝਦਾ, ਜਿਵੇਂ ਜਿਵੇਂ ਪੇਰੈਂਟਸ ਕਰਨਗੇ ਉਵੇਂ ਉਹ ਬੱਚਾ ਮਿਮਿਕ ਕਰੂਗਾ, ਤੇ ਇਸ ਕਰਕੇ ਦੂਜਾ ਰੀਜ਼ਨ ਆ ਹੋ ਗਿਆ। ਤੀਸਰਾ ਰੀਜ਼ਨ ਕੀ ਹੋ ਗਿਆ ਕਿ ਪੇਰੈਂਟਸ ਖੁਦ ਇੰਨੇ ਜ਼ਿਆਦਾ ਬਿਜ਼ੀ ਨੇ ਕਿ ਉਹ ਪ੍ਰੋਪਰ ਟਾਈਮ ਤੇ ਪ੍ਰੋਪਰ ਕੇਅਰ ਨਹੀਂ ਦੇ ਪਾਉਂਦੇ, ਇਸ ਕਰਕੇ ਵੀ ਬੱਚਾ ਤੇ ਇਫੈਕਟ ਹੋ ਰਿਹਾ। ਤਿੰਨੋਂ ਰੀਜ਼ਨ ਐਕਸਪਲੇਨ ਹੋ ਗਏ, ਫਿਰ ਸਪੋਰਟਿੰਗ ਆਈਡੀਆਸ ਵੀ ਦੇ ਦਿੱਤੇ। ਕਦੇ ਵੀ ਆਰਗੂਮੈਂਟ ਦੇ ਕੇ ਤੇ ਛੱਡ ਕੇ ਦੂਜੇ ਤੇ ਨਹੀਂ ਪਹੁੰਚਣਾ, ਇੱਕ ਸਪੋਰਟਿੰਗ ਆਈਡੀਆ ਜ਼ਰੂਰ ਦੇਣਾ ਹੈ। ਰੀਜ਼ਨ, ਇੱਥੇ ਰੀਜ਼ਨ ਅਗਰ ਲਿਖਿਆ ਤੇ ਨਾਲ ਉਹ ਰੀਜ਼ਨ ਕਿਉਂ ਹੈ ਉਹ ਵੀ ਲਿਖਣਾ ਹੈ। ਓਕੇ, then next body paragraph जो 2 explain करना और disagree regarding होएगा। disagree भी हर ऐसे च ਆਪਾਂ ਲਿਖਣਾ ਚਾਹੇ ਆਪਾਂ ਐਗਰੀ ਕਰ ਰਹੇ ਤਾਂ ਵੀ। ਇਹ ਜ਼ਰੂਰੀ ਨਹੀਂ ਕਿ ਤਿੰਨੋਂ ਹੀ ਪੁਆਇੰਟ ਮੈਂਸ਼ਨ ਕਰਨੇ, ਤੁਸੀਂ 2 ਪੁਆਇੰਟ ਮੈਂਸ਼ਨ ਕਰ ਦਿਓ ਡਿਸਐਗਰੀ ਦੇ। ਹੁਣ ਇਹ ਵੀ ਸਟਾਰਟਿੰਗ ਕਿਵੇਂ ਕਰਨੀ, ਜੋ ਬਲੈਕ ਵਾਲੀ ਲਾਈਨਸ ਨੇ ਤੁਸੀਂ ਇਹਨੂੰ ਫਾਰਮੈਟ ਮੰਨ ਲਓ, ਤੁਸੀਂ ਇਹਨੂੰ ਹਰ ਐਸੇ ਚ ਅਪਲਾਈ ਕਰ ਸਕਦੇ ਹੋ। ਜਿਵੇਂ ਇੱਥੇ ਲਿਖਿਆ although
ਇਟ ਕੈਨ ਪ੍ਰੋਬੇਬਲੀ ਬੀ ਐਗਰੀਡ ਦੈਟ, ਇੰਨਾ ਲਿਖ ਕੇ ਡੈਸ਼ ਪਾਈਏ, ਡੈਸ਼ ਦੀ ਜਗ੍ਹਾ ਤੁਸੀਂ ਆਪਣਾ ਲਾਈਨ ਲਿਖੋਗੇ। ਇੱਥੇ ਕੀ ਲਾਈਨ ਲਿਖੋਗੇ, ਉੱਪਰ ਆਪਾਂ ਲਿਖਿਆ ਸੀ ਕਿ ਪੇਰੈਂਟਸ ਰਿਸਪੌਂਸਿਬਲ ਹੈ, ਉਹਦੇ ਬਾਰੇ ਸਾਰਾ ਐਗਰੀ ਕਰਤਾ ਸੀ। ਉਰੇ ਆਪਾਂ ਕੀ ਲਿਖਾਂਗੇ, ਹਾਂ ਮੰਨਦੇ ਆ ਕਿ ਪੇਰੈਂਟਸ ਰਿਸਪੌਂਸਿਬਲ ਹੈ, ਠੀਕ ਹੈ। ਮਤਲਬ ਉਹੀ ਲਾਈਨ ਤੁਸੀਂ ਇੱਥੇ ਰਿਪੀਟ ਕਰ ਲਓ, ਥੋੜਾ ਰੀਵਰਡ ਕਰ ਦਿਓ। ਫਿਰ ਲਿਖੋਗੇ ਅਦਰਸ ਵਿਊ ਪੁਆਇੰਟ, ਫਿਰ ਤੁਸੀਂ ਲਿਖੋਗੇ ਅਦਰਸ ਵਿਊ ਪੁਆਇੰਟ ਕੈਨੋਟ ਬੀ ਇਗਨੋਰਡ। ਇੱਕ ਗੱਲ ਹੋ ਰਹੀ ਹੈ ਆਪਾਂ ਨੂੰ ਨਾ, ਕਾਂਟ ਪਾਉਣ ਦੀ ਆਦਤ ਪਈ ਹੋਈ, ਆਪਾਂ ਨੂੰ ਆਦਤ ਪਈ ਹੋਈ ਹੈ ਕਿ CAN ਕੋਮਾ ਪਾ ਕੇ ਡੀ ਕਾਂਟ ਲਿਖਦੇ ਨੇ, ਪਰ ਇੱਥੇ ਨਹੀਂ ਚੱਲਦਾ ਆਇਲਸ ਕੈਨੋਟ ਨੂੰ ਕੈਨੋਟ ਹੀ ਲਿਖਣਾ ਵਾ, ਤਾਂ ਹੀ ਤੁਹਾਡੇ ਬੈਂਡਸ ਪ੍ਰੋਪਰ ਆਣਗੇ। ਤੁਸੀਂ ਕੰਟਰੈਕਸ਼ਨਸ ਨਹੀਂ ਕਰਨੀਆਂ, ਮਤਲਬ ਤੁਸੀਂ ਛੋਟੇ ਫਾਰਮ 'ਚ ਲਿਖਣ ਦੀ ਕੋਸ਼ਿਸ਼ ਨਹੀਂ ਕਰਨਾ, ਜਿਵੇਂ ਕੈਨ ਨॉट ਹੀ ਲਿਖਣਾ ਉਰੇ। ਇਹ ਵੀ ਬੈਂਡਸ ਘਟਾਉਂਦੇ ਨੇ, ਬੱਚਿਆਂ ਨੂੰ ਆਦਤ ਪਈ ਹੁੰਦੀ ਕਾਂਟ ਲਿਖਣ ਦੀ, ਵਿਲ ਨॉट ਨੂੰ ਵਿਲ ਐਨ ਕੋਮਾ ਪਾ ਕੇ ਟੀ ਲਿਖ ਦਿੰਦੇ। ਇਦਾਂ ਦੇ ਵਰਡਸ ਇੱਥੇ ਨਹੀਂ ਕਰਨੇ, ਸ਼ਾਰਟਕਟਸ ਨਹੀਂ ਚੱਲਦੇ ਆਇਲਸ ਦੇ ਐਸਐਚ, ਠੀਕ ਹੈ। ਅਦਰਸ ਵਿਊ ਪੁਆਇੰਟ ਕਾਂਟ ਬੀ ਇਗਨੋਰਡ ਜਾਂ ਕੈਨੋਟ ਬੀ ਇਗਨੋਰਡ ਲਿਖਣਾ, ਪਰ ਕੈਨੋਟ ਹੀ ਉਹਨੂੰ ਯਾਦ ਰੱਖਿਓ, ਠੀਕ ਹੈ। ਹੁਣ ਅਦਰਸ ਕੀ ਹੋਗਾ, ਉਹ ਤੋਂ ਉਲਟ। ਹੁਣ ਪੇਰੈਂਟਸ ਰਿਸਪੌਂਸਿਬਲ ਸੀ, ਪਰ ਆਪਾਂ ਇੱਥੇ ਹੁਣ ਇਸ ਪੈਰਾਗ੍ਰਾਫ ਦੱਸਣਾ ਕਿ ਪੇਰੈਂਟਸ ਤੋਂ ਬਿਨਾਂ ਵੀ ਹੋਰ ਲੋਕ ਰਿਸਪੌਂਸਿਬਲ ਹੋ ਸਕਦੇ। ਹੁਣ ਇੱਥੇ ਆਪਾਂ ਕੀ ਲਿਖਣਾ ਕਿ ਪੇਰੈਂਟਸ ਤੋਂ ਬਿਨਾਂ ਵੀ ਹੋਰ ਲੋਕ ਹੈ ਜੋ ਰਿਸਪੌਂਸਿਬਲ ਹੋ ਸਕਦੇ ਨੇ। ਆਪਾਂ ਦੇਖੋ ਸਟਾਰਟ ਕਰਤਾ ਲਿਖਣਾ, ਪਹਿਲਾ ਰੀਜ਼ਨ foremost among the reasons is that, तो जो पहला रीजन है foremost अच्छा वर्ड आ गया, ठीक है। अपन वोकैबुलरी का अच्छा वर्ड मिल गया, प्रोबेबली भी अच्छा वर्ड है, ठीक है। व्यू पॉइंट भी अच्छा वर्ड है, सारे वोकैबुलरी थोड़ी डिफाइन करनगे पेपर ਦੇ ਵਿੱਚ। foremost among the reasons that, write your argument here। ਇੱਥੇ ਤੁਸੀਂ ਆਪਣੇ ਦੱਸਣਾ ਕਿ ਕੌਣ-ਕੌਣ ਹੋਰ ਰਿਸਪੌਂਸਿਬਲ ਹੋ ਸਕਦੇ ਆ ਤੁਹਾਡੇ ਅਕੋਰਡਿੰਗ ਪੇਰੈਂਟਸ ਤੋਂ ਬਿਨਾਂ। तो पहला काम भी अपन पता कि बच्चे स्कूल भी जाते हैं, तो आप कहांगे जो टीनेजर्स होंगे ने, स्कूल काफ़ी कुछ लर्न करते हैं, मॉरल वैल्यूज लर्न करते हैं। सो अगर एक चाइल्ड अच्छी तरह बिहेव नहीं कर रहा, तो स्कूल का विच रोल भी हो सकता है कि उत्थे उन्होंने प्रॉपर नरिशमेंट, प्रॉपर उन्होंने कंडक्टर नहीं सिखा रहे, उत्थे अच्छे मैनर्स नहीं सिखा रहे। सो पहला रीजन आप देता कि पेरेंट्स तो बिना स्कूल भी रिस्पॉन्सिबल हो सकता है। पहला काम इत्थे खत्म, तुसीं उन्हें सपोर्ट कर दो, लिखना भी है। पहली गल तो कि हाँ उत्थे वो मॉरल वैल्यू सीखदा। दूजी गल तुसीं लिखना कि देयरफॉर इफ अ चाइल्ड स्टिल बिहेव पोअरली, मतलब वो टाइम हुंदा कि जे उन्हें नहीं मान लो बिहेव अच्छा किया घर च रह के, पर स्कूल जाके भी अगर वो अच्छा बिहेव नहीं कर पा रहा, मतलब ਆਪਾਂ ਇਹ ਕਵਾਂਗੇ ਕਿ ਜੋ ਸਕੂਲ ਹੈ ਉਹ ਆਪਣੀ ਡਿਊਟੀ ਪਰਫਾਰਮ ਅੱਛੀ ਤਰੀਕੇ ਨਾਲ ਨਹੀਂ ਕਰ ਰਿਹਾ, देयरफॉर ਸਕੂਲ ਇਜ਼ ਨੋਟ ਪਰਫਾਰਮਿੰਗ ਦ ਡਿਊਟੀ ਵੈਲ। ਇਦਾਂ ਨੂੰ ਐਕਸਪਲੇਨ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਲਿਖ ਸਕਦੇ ਹੋ ਨੈਕਸਟ ਆਈਡੀਆ, ਨੈਕਸਟ ਰੀਜ਼ਨ। ਉਹਦੇ ਲਈ ਤੁਸੀਂ ਯੂਜ਼ ਕੀਤਾ ਕਨੈਕਟਰ ਟੂ ਐਡ ਟੂ ਦੈਟ। ਇਹ ਬਲੈਕ ਵਾਲਾ ਤੁਸੀਂ ਪੱਕਾ ਲਿਖਣਾ ਹੀ ਲਿਖਣਾ, ਟੂ ਐਡ ਟੂ ਦੈਟ। ਇੱਥੇ ਤੁਸੀਂ ਫਿਰ ਆਪਣਾ ਆਰਗੂਮੈਂਟ ਮੈਂਸ਼ਨ ਕਰੋਗੇ, ਰਾਈਟ ਯੂ ਆਰਗੂਮੈਂਟ ਹੇਅਰ, ਐਂਡ ਤੁਸੀਂ ਉਹਨੂੰ ਸਪੋਰਟ ਕਰੋਗੇ। ਹੁਣ ਤੁਸੀਂ ਹੋਰ ਕੀ ਤੁਹਾਨੂੰ ਲੱਗਦਾ ਕਿ ਇੱਕ ਤਾਂ ਸਕੂਲ ਹੋ ਗਿਆ, ਠੀਕ ਹੈ। दूसरा की है बच्चे जो इलैक्ट्रॉनिक चीज़ां यूज़ करते हैं, जिवें टैलीविजन हो गया, वीडियो गेम्स हो गया, उत्थे भी वो बिहेवियर देखते हैं, तो उन्होंने आदत पै जाती है वो चीज़ां देखने की, तो उत्थे कई बार अग्रैसिव बिहेवियर होंदा है, या उत्थे वो वायलेंस देखते हैं, या उत्थे इदां दी चीज़ां देखते हैं जो चीज़ां बच्चे नूं बिगाड़ रहीआं ने। मतलब पेरेंट्स ही रिस्पॉन्सिबल नहीं है, जो टैलीविजन वगैरह ते कोई चीज़ां देखते हैं उही चीज़ां रिपीट करते हैं। सो इत्थे तुसीं अपना की रीज़न लिख सकते हो कि जो इलैक्ट्रॉनिक मीडिया है, टीवी हो गया, टैलीविजन हो गया, या उस तो बिना वीडियो गेम्स हो गया, ये भी इन्फ्लुएंस करदियां ने यंगस्टर्स के एक्शनस नूं, या यंग वन दे एक्शनस नूं, या चाइल्ड दे एक्शनस नूं, या किड्स दे एक्शन नूं। तुसीं इत्थे ये भी लाइन लिख सकते हो, ठीक है। तुसीं ओह च नाल लिख दोगे, ठीक है। मतलब सपोर्ट हर एक आइडिया नूं करो, सपोर्ट की करोगे, हाँ कि उत्थे भी तां वायलेंस बिहेवियर दिखांदे ने बच्चों नूं, वो इफेक्ट कर सकदा है। तुसीं दो चीज़ां दसदियां, स्कूल एंड टैलीविजन। फिर लास्ट तुसीं एक होर दे सकते हो, तुहानूं अगर कोई याद आ रहा है तो इन एडिशन लिख दो, या एडिशनली लिख दो, ठीक है। ठीक है, तो ये जेह्ड़े वर्ड्स ने ना, टू ऐड, टू दैट, इन एडिशन, तुसीं याद रखने माइंड च होने। ऐसे मतलब विच फॉर्मेट की तरह यूज़ होणगे, तुसीं बस अपने आइडियाज ऐड करने, थोड़ा ऐसे कंप्लीट हो जाया करूगा। हुण थर्ड तुहानूं की लगदा होर की हो सकदा है? स्कूल हो गया, वीडियो गेम्स हो गया। थर्ड हो सकता है फ्रेंड्स, जिहदी कंपनी वो कर रहे हैं। हो सकता है कि सारे जने अपनी ड्यूटी अच्छी तरह निभा रहे हो, पर उसकी कंपनी अच्छी ना हो, जिहड़ी कंपनी चों बैठदा वो बैड हो सकदी। तो आप कह सकते हैं कि देयर इज अनदर वे, देयर इज अनदर रीजन फॉर द बैड बिहेवियर, दैट इज पीयर प्रेशर हो सकता है, या बैड कंपनी हो सकता है। तो ਉਹਦੇ ਕਰਕੇ भी ये चीज़ पॉसिबल हो सकती है कि वो एरोगेंटली बिहेव कर रहे हैं, या फिर इस तो बिना कंपटीशन बहुत हाई है, तो वो हाई कंपटीशन फ्रस्ट्रेटेड होना शुरू हो गया, इस करके भी वो हो सकता है। तुसीं अपने जिन्ने मर्जी आइडियाज दे सकते हो, वधिया तरीके नाल लिख के
ਤੇ ਉਹਨੂੰ ਸਪੋਰਟਿੰਗ ਇੱਕ ਨਾਲ ਲਾਈਨ ਜ਼ਰੂਰ ਲਿਖ ਦੇਣੀ ਹੈ। ਸਪੋਰਟ ਕਰਨ ਲਈ ਕਿੱਦਾਂ ਦੇ ਵਰਡ ਯੂਜ਼ ਕਰ ਸਕਦੇ ਹੋ, ਜਿਵੇਂ ਹੈਂਸ, ਦੇਅਰਫੋਰ, ਸੋ, ਫਰਦਰਮੋਰ, ਟੂ ਐਡ ਟੂ ਦੈਟ, ਇਹ ਵੀ ਸਾਰੇ ਉਹਦੇ ਵਿੱਚ ਯੂਜ਼ ਹੋ ਜਾਂਦੇ ਆ। ਮੋਰਓਵਰ, ਹਾਊਐਵਰ, ਫਰਦਰਮੋਰ। ਸੋ ਤੁਹਾਡਾ ਬੋਡੀ ਪੈਰਾਗ੍ਰਾਫ 2 ਵੀ ਕੰਪਲੀਟ ਹੋ ਗਿਆ। ਔਰ ਤੁਸੀਂ ਇੱਕ ਮੇਰੀ ਆਉਣ ਵਾਲੀ ਵੀਡੀਓ ਜ਼ਰੂਰ ਦੇਖਣਾ, ਉਸ ਵੀਡੀਓ 'ਚ ਮੈਂ ਪੂਰਾ ਇਸ ਪੈਰਾਗ੍ਰਾਫ ਨੂੰ, ਇਸ ਸਾਰੇ ਐਸੇ ਨੂੰ ਲਿਖਿਆ ਹੋਇਆ ਹੈ। ਤੁਸੀਂ ਇਹਨੂੰ ਇੰਨਾ ਮੈਚ ਕਰਕੇ ਜ਼ਰੂਰ ਸਿੱਖ ਲੈਣਾ, ਤੁਹਾਨੂੰ ਇਸ ਤੋਂ ਬਾਅਦ ਐਸੇ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਅਗਲਾ ਕਨਕਲੂਜਨ ਤੋਂ ਲਾਸਟ ਆਪਾਂ ਲਿਖਣਾ ਹੁੰਦਾ ਕਨਕਲੂਜਨ। ਤੁਸੀਂ ਚਾਹੋ ਤਾਂ ਇੱਕ ਪੈਰਾਗ੍ਰਾਫ ਹੋਰ ਵੀ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਆਈਡੀਆਸ ਵੱਧ ਨੇ। ਮੰਨ ਲਓ ਤੁਹਾਡੇ ਕੋਲ ਐਗਰੀ ਤੇ ਡਿਸਐਗਰੀ ਦੇ ਵਿੱਚੋਂ ਐਗਰੀ ਤੇ ਆਈਡੀਆਸ ਹੋਰ ਜ਼ਿਆਦਾ ਨੇ, ਤੁਸੀਂ ਇੱਕ ਪੈਰਾਗ੍ਰਾਫ ਹੋਰ ਬਣਾਓ, ਉਸ ਤੁਸੀਂ ਐਗਰੀ ਦੇ ਪੁਆਇੰਟਸ ਹੋਰ ਡਿਸਕਸ ਕਰ ਸਕਦੇ ਹੋ ਚਾਹੋ ਤਾਂ। ਹੁਣ ਕਨਕਲੂਜਨ 'ਚ ਕੀ ਲਿਖਣਾ ਹੈ, ਪਹਿਲਾਂ ਤੁਸੀਂ ਲਗਾਉਣਾ ਇੱਕ ਅੱਗੇ ਕਨੈਕਟਰ, ਉਹਨੂੰ ਲਿਖਦੇ ਜਾਂ ਫਿਰ ਟੂ ਕਨਕਲੂਡ, ਇਨ ਕਨਕਲੂਜਨ, ਟੂ ਸਮ ਅਪ, ਠੀਕ ਹੈ, ਇੱਦਾਂ ਦਾ, ਟੂ ਸਮਰਾਈਜ਼। ਇੱਥੇ ਮੈਂ ਲਿਖਿਆ ਇਨ ਕਨਕਲੂਜਨ, ਕੌਮਾ, from a personal perspective it seems reasonable to suggest that। ਇਹ ਸਾਰਾ ਫਾਰਮੈਟ ਕਿੰਨਾ ਸੌਖਾ ਸੀ, ਤੁਸੀਂ ਲਾਈਨ ਆਪਣੇ ਮਾਈਂਡ 'ਚ ਰੱਖ ਲਓ, ਕਿਉਂਕਿ ਇਸ ਪਰਸਪੈਕਟਿਵ, ਰੀਜ਼ਨੇਬਲ, ਕੁਝ ਵਰਡਸ ਵੀ ਅੱਛੇ ਆ ਗਏ ਔਰ ਤੁਹਾਨੂੰ ਫਾਰਮੈਟ ਵੀ ਮਿਲ ਗਿਆ। ਤੁਸੀਂ ਆਹ ਲਾਈਨ ਹਰ ਇੱਕ ਐਸੇ ਦੇਣੀ, ਚੇਪ ਦੇਣੀ ਹੈ, ਸਮਝ ਲਓ। ਜੇ ਐਗਰੀ ਡਿਸਐਗਰੀ ਦਿਖ ਗਿਆ, ਤੁਸੀਂ ਆਹ ਲਾਈਨ ਚੇਪ ਦੇਣਾ, ਵਾਲਾ ਫਾਰਮੈਟ ਤੁਸੀਂ ਡੈਸ਼ ਜਗ੍ਹਾ ਆਪਣੀ ਫਿਲ ਕਰ ਦੇਣੀ। ਹੁਣ ਡੈਸ਼ ਤੁਸੀਂ ਕੀ ਲਿਖਣਾ ਇਹਦੇ ਵਿੱਚ, ਆਪਣਾ ਰਾਈਟ ਯੂਰ ਓਨ ਓਪੀਨੀਅਨ, ਤੁਸੀਂ ਇੱਥੇ ਆਪਣਾ ਓਪੀਨੀਅਨ ਲਿਖਣਾ ਵੈ। ਆਪਣਾ ਓਪੀਨੀਅਨ ਦੇ ਵਿੱਚ ਤੁਸੀਂ ਕੀ ਲਿਖ ਸਕਦੇ ਹੋ ਕਿ ਪੇਰੈਂਟਸ ਆਰ ਲਾਰਜਲੀ ਬਟ ਨਾਟ ਫੁਲੀ ਰਿਸਪੌਂਸੀਬਲ। ਤੁਹਾਡੇ ਅਕੋਰਡਿੰਗ ਪੇਰੈਂਟਸ ਰਿਸਪੌਂਸੀਬਲ ਤਾਂ ਹੈ, ਪਰ ਜ਼ਰੂਰੀ ਨਹੀਂ ਕਿ ਪੂਰੀ ਤਰ੍ਹਾਂ ਉਹੀ ਰਿਸਪੌਂਸੀਬਲ ਨੇ। ਨਾਲ ਤੁਸੀਂ ਰੀਜ਼ਨ ਲਿਖ ਦੇਣਾ ਹੈ, ਬਿਕੋਜ਼ ਪਾ ਕੇ ਰੀਜ਼ਨ ਸਮਰਾਈਜ਼ ਕਰਨੇ ਤੁਸੀਂ ਆਪਣੇ ਆਰਗੂਮੈਂਟਸ, ਤੁਸੀਂ ਕਿਉਂ ਕਹਿੰਦੇ ਹੋ, ਫਿਰ ਤੁਸੀਂ ਉਹੀ ਆਰਗੂਮੈਂਟ ਨੂੰ ਥੋੜਾ ਸ਼ਾਰਟਲੀ ਫਾਰਮ 'ਚ ਲਿਖ ਦੇਣਾ ਕਿ ਹਾਂ ਪੇਰੈਂਟਸ ਦਾ ਰੋਲ ਹੈਗਾ, ਕਿਉਂਕਿ ਉਹ ਫੋਰਮੈਟਿਵ ਈਅਰਸ ਨਾਲ ਹੁੰਦੇ, ਕੁਝ ਵੀ ਉਹਨੂੰ ਥੋੜੀ 2 ਲਾਈਨਾਂ 'ਚ ਐਕਸਪਲੇਨ ਕਰ ਦੇਣਾ। ਬਟ देयर आर मैनी अदर रीजनस ऑल्सो। तीनों ने इक्वल लाइन एक्सप्लेन करता भी, आ तीनों स्कूल हो गया, कंपनी होगी, टैलीविजन वगैरह हो गए, ये भी ਉਹਨੂੰ ਇਫੈਕਟ ਕਰਦੇ ਨੇ। ਇੱਥੇ ਤੁਹਾਡਾ ਕਨਕਲੂਜਨ ਹੋ ਜਾਊਗਾ ਤੇ ਐਸੇ ਵੀ ਖਤਮ ਹੋ ਜਾਏਗਾ। ਕੋਈ ਔਖਾ ਨਹੀਂ ਹੈ, ਕੋਈ ਡਾਊਟਸ ਹੋਏ ਕਮੈਂਟ ਸੈਕਸ਼ਨ 'ਚ ਜ਼ਰੂਰ ਪੁੱਛਣਾ ਤੇ ਤੁਹਾਨੂੰ ਮੈਂ ਦੁਬਾਰਾ ਐਕਸਪਲੇਨ ਕਰ ਦਿਓ, ਇੱਕ ਵੀਡੀਓ ਬਣਾ ਦੂੰਗੀ। ਓਕੇ, आई होप ਤੁਹਾਨੂੰ ਇਹ ਵੀਡੀਓ ਠੀਕ ਲੱਗੀ ਹੋਊਗੀ ਤੇ ਤੁਹਾਨੂੰ ਫਾਰਮੈਟ ਸਮਝ ਆ ਗਿਆ ਹੋਊਗਾ। ਔਰ ਜਿਹੜਾ ਬਲੈਕ ਵਾਲਾ ਉਸਨੂੰ ਆਪਣੀ ਕਾਪੀ ਤੇ ਨੋਟ ਡਾਊਨ ਕਰ ਲਓ। ਜੋ ਰੈੱਡ 'ਚ ਮੈਂ ਲਿਖਿਆ ਹੋਇਆ ਆਪਣੀ ਵੀਡੀਓਸ ਦੇ ਵਿੱਚ, ਉਹ ਤੁਸੀਂ ਰੈੱਡ ਵਾਲੇ ਨੂੰ ਆਪ ਲਿਖਣਾ, ਆਪ ਬਣਾ ਕੇ ਲਿਖਣਾ ਲਾਈਨਸ। ਬਾਕੀ ਨੈਕਸਟ ਵੀਡੀਓ ਜ਼ਰੂਰ ਵਾਚ ਕਰਨਾ। ਇਸ ਤੋਂ ਪਹਿਲੇ ਵਾਲੇ ਜਿਹੜੇ ਪਾਰਟ 1, ਪਾਰਟ 2 ਤੇ ਪਾਰਟ 3 ਹੈ ਰਾਈਟਿੰਗ ਦੇ, ਉਹ ਜ਼ਰੂਰ ਦੇਖਣਾ, ਤੁਹਾਨੂੰ ਕਾਫੀ ਨੌਲੇਜ ਮਿਲੇਗੀ ਕਿ ਰਾਈਟਿੰਗ ਟਾਸਕ ਨੂੰ ਕਿਵੇਂ ਕੰਪਲੀਟ ਕਰਨਾ ਹੁੰਦਾ। ਥੈਂਕ ਯੂ ਗਾਇਸ, ਥੈਂਕ ਯੂ ਫॉर वाचिंग दिस वीडियो। Please support my channel by liking it, and please press the bell icon so that you can get the notification whenever I will put any other video on my channel. Thank you everyone.